श्री अकाल, आदाब, नमस्कार, अस्सलाम वालेकुम। हरजिस टीवी ते मैं हरप्रीत कौर प्रोग्राम पेंडू विरसे दीआं गल्लां बातां विच तुहाडा सारिआं दा एक बार फिर तो स्वागत करदी हां। पिछले एपीसोड दे विच असीं गलबात कीती सी गंढां देण दी रस्म दे बारे विच। गंढां कौन दिंदा, क्यों दित्तियां जांदियां ने, कदों दित्तियां जांदियां ने ते गंढां देण वाले दा साडे समाज दे विच की महत्व हुंदा है, की भूमिका हुंदी है। जेकर तुसी वो एपीसोड देखना चाहते हो तो डिस्क्रिप्शन बॉक्स दे विच उसका लिंक दिता होया ते नाल ही कमेंट बॉक्स दे विच भी उसका लिंक दिता होया, उस ते क्लिक करके तुसी पिछला एपीसोड देख सकते हो। ते गंढा देण तो अगली रस्म दे बारे विच अज असीं इस प्रोग्राम दे विच गलबात करांगे। गंढा देण तो अगली रस्म चक्कियां लाउण दी रस्म। ਵਿਆਹ ਵਾਲੇ घर ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ 9, 7 ਜਾਂ 11 ਦਿਨ ਪਹਿਲਾਂ ਸ਼ਰੀਕੇ ਦੀਆਂ ਸੁਹਾਗਣਾਂ ਇਕੱਠੀਆਂ ਹੋ ਕੇ ਚੱਕੀਆਂ ਲਾਉਣ ਦੀ ਰਸਮ ਅਦਾ ਕਰਦੀਆਂ ਸੀ। ਅਸਲ 'ਚ ਇਹ ਜਿਹੜੀ ਰਸਮ ਕੀਤੀ ਜਾਂਦੀ ਸੀਗੀ, ਇਹ ਵਿਆਹ ਦਾ ਮੁਹੂਰਤ ਮੰਨ ਲਿਆ ਜਾਂਦਾ ਸੀ ਇਹਨੂੰ, ਕਿ ਵਿਆਹ ਦਾ ਆਰੰਭ ਚੱਕੀਆਂ ਲਾਉਣ ਵਾਲੇ ਦਿਨ ਤੋਂ ਹੋ ਜਾਂਦਾ ਹੈ। ਤੇ ਉਦੋਂ ਸਮੇਂ ਦਾ ਗੀਤ ਗਾਇਆ ਜਾਂਦਾ ਸੀਗਾ, 7 ਸੁਹਾਗਣਾਂ 7 ਗੱਲੇ ਚੱਕੀ ਹੱਥ ਲਵਾ। 7 ਸੁਹਾਗਣਾਂ ਸ਼ਰੀਕੇ ਦੀਆਂ ਜਾਂ ਆਂਢ ਗੁਆਂਢ ਦੀਆਂ ਇਕੱਠੀਆਂ ਹੋ ਕੇ ਬੀਬੀਆਂ, ਜਨਾਨੀਆਂ, ਔਰਤਾਂ ਉਹ ਚੱਕਲੀ ਦੇ ਵਿੱਚ ਜਾਂ ਉਖਲੀ ਦੇ ਵਿੱਚ ਮਾਂ ਦੇ ਦਾਲ ਪਾ ਕੇ ਉਥੋਂ ਉਸ ਰਸਮ ਦੀ ਸ਼ੁਰੂਆਤ ਕਰਦੀਆਂ ਸੀ, ਚੱਕੀਆਂ ਲਾਉਣ ਦੀ ਰਸਮ ਦੀ। ਅਸਲ ਦੇ ਵਿੱਚ ਚੱਕੀਆਂ ਲਾਉਣ ਦੀ ਰਸਮ ਆ ਜਿਹੜੀ, ਉਹਦੇ ਵਿੱਚ ਜਿਹੜੀਆਂ 7 ਸੁਹਾਗਣਾਂ ਘਰਾਂ ਦੀਆਂ ਇਕੱਠੀਆਂ ਹੋ ਕੇ ਉਸ ਦੇ ਵਿੱਚ ਗੱਲਾ ਪਵਾਇਆ ਜਾਂਦਾ ਸੀ ਉਹਨਾਂ ਤੋਂ ਸਾਰੀਆਂ ਤੋਂ ਚੱਕੀ ਦੇ ਵਿੱਚ। ਤੇ ਜਦੋਂ ਉਖਲੀ ਦੇ ਵਿੱਚ ਜ਼ਿਆਦਾਤਰ ਮਾਂਹ ਦੀ ਦਾਲ ਪਾ ਕੇ ਉਹਦੇ ਨਾਲ ਉਹਦੀ ਸ਼ੁਰੂਆਤ ਕੀਤੀ ਜਾਂਦੀ ਸੀ ਚੱਕੀਆਂ ਲਾਉਣ ਦੀ ਰਸਮ ਦੇ ਵਿੱਚ। ਤੇ ਉਹਨੂੰ ਜਦੋਂ ਮੋਹਲੇ ਨਾਲ ਕੁੱਟਿਆ ਜਾਂਦਾ ਸੀ ਤਾਂ 7 ਸੁਹਾਗਣਾਂ ਉਸ ਮੋਹਲੇ ਨੂੰ ਆਪਣਾ ਹੱਥ ਲਾਉਣਾ ਚੰਗਾ ਸ਼ਗਨ ਤੇ ਫਰਜ਼ ਸਮਝਦੀਆਂ ਸੀ। ਅਸਲ ਦੇ ਵਿੱਚ ਅੱਜ ਕੱਲ ਜੇ ਅਸੀਂ ਇਹ ਰਸਮ ਕਰਦੇ ਵੀ ਹਾਂ ਤਾਂ ਘਰਾਂ ਦੇ ਵਿੱਚ ਕੁੰਡੀ ਸੋਟੇ ਦੇ ਨਾਲ ਇਹ ਰਸਮ ਕੀਤੀ ਜਾਂਦੀ ਆ। ਕੁੰਡੀ ਦੇ ਵਿੱਚ ਮਾਂਹ ਦੀ ਦਾਲ ਪਾ ਕੇ ਤੇ ਸੋਟੇ ਨਾਲ ਜਦੋਂ ਉਹਨੂੰ ਕੁੱਟਦੇ ਨੇ ਤਾਂ 7 ਸੁਹਾਗਣਾਂ ਉਹ ਰਸਮ ਹੈ ਜਿਹੜੀ ਉਹ ਅਦਾ ਕਰਦੀਆਂ ਨੇ। 7 ਸੁਹਾਗਣਾਂ ਸੋਟੇ ਨੂੰ ਹੱਥ ਲਾਉਂਦੀਆਂ ਨੇ। ਉਸੇ ਤਰ੍ਹਾਂ ਪੁਰਾਣੇ ਵੇਲਿਆਂ ਦੇ ਵਿੱਚ ਮੋਹਲੇ ਨੂੰ ਹੱਥ ਲਾਉਂਦੀਆਂ ਸੀਗੀਆਂ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ 7 ਚੱਕੀਆਂ ਘਰ ਦੇ ਵਿੱਚ ਲਾਈਆਂ ਜਾਂਦੀਆਂ ਸੀ ਤੇ 7 ਘਰਾਂ ਦੇ ਵਿੱਚ, ਕਿਉਂਕਿ ਉਦੋਂ ਜਿਹੜੇ ਵੇਲੇ ਸੀਗੇ ਉਹਨਾਂ ਵੇਲਿਆਂ ਦੇ ਵਿੱਚ ਹਰ ਘਰ ਦੇ ਵਿੱਚ ਚੱਕੀ ਹੁੰਦੀ ਸੀ। ਤੇ ਜਦੋਂ ਚੱਕੀਆਂ ਇਕੱਠੀਆਂ ਕਰਨ ਜਾਣਾ, ਜਿਹੜਾ ਘਰ ਦਾ ਲਾਗੀ ਜਾਂ ਘਰ ਦਾ ਕੋਈ ਕੰਮ ਕਰਨ ਵਾਲੀ ਬੀਬੀ ਜਾਂ ਭਾਈ ਹੁੰਦਾ ਸੀ, ਉਹ ਆਂਢ ਗੁਆਂਢ ਦੇ ਵਿੱਚੋਂ ਸ਼ਰੀਕੇ ਦੇ ਵਿੱਚੋਂ ਚੱਕੀਆਂ ਇਕੱਠੀਆਂ ਕਰਕੇ ਘਰੇ ਲਿਆਉਂਦਾ ਸੀ ਤੇ ਉਹ ਚੱਕੀਆਂ ਸਬਾਤ ਦੇ ਵਿੱਚ ਰੱਖ ਦਿੱਤੀਆਂ ਜਾਂਦੀਆਂ ਸੀ 7 ਦੀਆਂ 7। ਉੱਥੇ ਫਿਰ ਪੀਣ ਦਾ ਜਾਂ ਦਾਲਾਂ ਪਛੱਟਣ ਦਾ ਕੰਮ ਆ ਜਿਹੜਾ ਉਹ ਕੀਤਾ ਜਾਂਦਾ ਸੀ। ਮੈਂ ਆਪਣੀ ਸੋਝੀ ਦੇ ਵਿੱਚ ਦੇਖਿਆ ਕਿ ਸਾਡੇ ਘਰਾਂ ਦੇ ਵਿੱਚ ਜਦੋਂ ਪਾਠ ਹੁੰਦਾ ਸੀ, ਅੱਜ ਕੱਲ੍ਹ ਚੱਕੀਆਂ ਤਾਂ ਹੁਣ ਚੱਕੀਆਂ ਤੇ ਤਾਂ ਕੋਈ ਕੰਮ ਨਹੀਂ ਰਿਹਾ ਜਾਂ ਚੱਕੀਆਂ ਤੇ ਕੰਮ ਅਸੀਂ ਕਰਦੇ ਵੀ ਨਹੀਂ, ਕਿਉਂਕਿ ਆਟਾ ਘਰਾਟਾਂ ਤੇ ਪਿਸਾ ਲਿਆ ਜਾਂਦਾ ਜਾਂ ਮਸ਼ੀਨਾਂ ਦੇ ਨਾਲ ਪੀਸ ਦਿੱਤਾ ਜਾਂਦਾ ਹੈ ਨਾ। ਤਾਂ ਜਦੋਂ ਸਾਡੇ ਘਰਾਂ ਦੇ ਵਿੱਚ ਛੋਟੇ ਹੁੰਦੇ ਆ, ਹੁਣ ਤਾਂ ਅਸੀਂ ਹਰੇਕ ਪ੍ਰੋਗਰਾਮ ਦੇ ਉੱਤੇ ਲੰਗਰੀ ਰੱਖ ਲੈਂਦੇ ਹਾਂ, ਵੇਟਰ ਹੁੰਦੇ ਨੇ, ਸਾਰਾ ਕੁਝ ਹੁੰਦਾ। ਤੋ ਉਹ ਸਹਿਯੋਗ ਜਿਹੜਾ ਆਂਢ ਗੁਆਂਢ ਤੋਂ ਲੈਣਾ ਹੁੰਦਾ ਸੀ ਉਹ ਨਾ ਕੋਈ ਕਰਦਾ ਤੇ ਨਾ ਕੋਈ ਲੈਂਦਾ। ਉਦੋਂ ਛੋਟੇ ਹੁੰਦਿਆਂ ਜਦੋਂ ਘਰੇ ਕੋਈ ਪਾਠ ਹੁੰਦਾ ਸੀ ਤਾਂ ਆਂਢ ਗੁਆਂਢ ਦੇ ਘਰਾਂ ਦੇ ਵਿੱਚੋਂ ਪੀੜ੍ਹੀਆਂ ਇਕੱਠੀਆਂ ਕਰਕੇ ਲਿਆਉਣੀਆਂ, ਪਟੜੇ ਇਕੱਠੇ ਕਰਕੇ ਲਿਆਉਣੇ ਜਿਹਦੇ ਤੇ ਬੈਠਣਾ, ਤੇ ਕਰਦਾਂ ਲੈ ਆਉਣੀਆਂ ਜਾਂ ਚੱਕਲੇ ਵੇਲਣੇ ਲੈ ਆਉਣੇ। ਉਹ ਮੈਨੂੰ ਇਹ ਲੱਗਦਾ ਹੁੰਦਾ ਕਿ ਉਹ ਰਸਮ ਆ ਜਿਹੜੀ ਚੱਕੀਆਂ ਲਾਉਣ ਵਾਲੀ ਰਸਮ ਜਾਂ ਚੱਕੀਆਂ ਇਕੱਠੀਆਂ ਕਰਨ ਵਾਲੀ ਰਸਮ ਹੁੰਦੀ ਸੀਗੀ। ਉਹ ਤੋਂ ਬਾਅਦ ਹੌਲੀ ਹੌਲੀ ਉਹ ਚੱਕਲਾ ਵੇਲਣਾ, ਪੀੜ੍ਹੀਆਂ, ਕਰਦਾਂ ਇਹੋ ਜਿਹਾ ਕੁਛ ਲਿਆਉਣ ਤੇ ਹੋ ਗਈ। ਜਾਂ ਜ਼ਿਆਦਾ ਆਟਾ ਗੁੰਨਣਾ ਹੋਵੇ ਤਾਂ ਕਿਸੇ ਦੇ ਘਰੋਂ ਪਰਾਤ ਲੈ ਆਂਦੀ ਜਾਂਦੀ ਹੁੰਦੀ ਸੀ। ਇਸ ਤਰੀਕੇ ਦੇ ਨਾਲ ਜਿਹੜੀ ਇੱਕ ਤਰ੍ਹਾਂ ਦੇ ਨਾਲ ਇਹ ਭਾਈਚਾਰੇ ਦਾ, ਆਪਣੇ ਘਰਾਂ ਦਾ, ਆਪਣੇ ਗੁਆਂਢੀਆਂ ਦਾ ਸਹਿਯੋਗ ਕੀਤਾ ਜਾਂਦਾ ਸੀ ਆਪਣੇ ਸ਼ਰੀਕੇ ਦੇ ਵਿੱਚ ਔਰਤਾਂ ਦੇ ਵੱਲੋਂ, ਹਨਾ। ਉਹਦੇ ਵਿੱਚ 7 ਸੁਹਾਗਣਾਂ 7 ਚੱਕੀਆਂ ਜਦੋਂ ਸਬਾਤ ਦੇ ਵਿੱਚ ਲਾ ਦਿੱਤੀਆਂ ਜਾਂਦੀਆਂ ਸੀ ਤਾਂ 7 ਸੁਹਾਗਣਾਂ ਸਭ ਤੋਂ ਪਹਿਲਾਂ ਇੱਕ ਚੱਕੀ ਦੇ ਉੱਤੇ ਬੈਠ ਕੇ ਉਹਦੇ ਵਿੱਚ ਇੱਕ ਇੱਕ ਮੁੱਠੀ ਦਾਣਿਆਂ ਦੀ ਪਾਉਂਦੀ ਸੀ। ਪਹਿਲੀ ਮੁੱਠੀ ਪਹਿਲੀ ਸੁਹਾਗਣ ਨੇ, ਦੂਜੀ ਮੁੱਠੀ ਦੂਜੀ ਨੇ, ਤੀਜੀ ਨੇ, ਇਸ ਤਰ੍ਹਾਂ ਕਰਕੇ 7 ਮੁੱਠੀਆਂ ਦਾਣੇ ਦੀਆਂ ਇੱਕ ਚੱਕੀ ਦੇ ਵਿੱਚ 7 ਸੁਹਾਗਣਾਂ ਦੇ ਦੁਆਰਾ ਪਵਾਇਆ ਜਾਂਦਾ ਸੀ। ਤੇ ਉਸ ਤੋਂ ਬਾਅਦ ਜਦੋਂ ਉਹਨੂੰ ਸਾਰੀਆਂ ਇਕੱਠੀਆਂ 7 ਗੇੜੇ ਦਿੰਦੀਆਂ ਸੀ। ਉਸ ਤੋਂ ਬਾਅਦ ਜਦੋਂ ਉਹ ਰਸਮ ਉਹਨਾਂ ਨੇ ਕਰ ਲਈ, ਉਸ ਤੋਂ ਬਾਅਦ ਉਹ 7 ਜਾਣੀਆਂ ਆਪੋ ਆਪਣੀ ਚੱਕੀ ਤੇ ਬਹਿ ਜਾਂਦੀਆਂ ਸੀ। 7 ਚੱਕੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚੋਂ ਆਪੋ ਆਪਣੀ ਚੱਕੀ ਤੇ ਬੈਠ ਕੇ 7 ਮੁੱਠੀਆਂ ਦਾਣਿਆਂ ਦੀਆਂ ਚੱਕੀ ਦੇ ਵਿੱਚ ਪਾ ਕੇ
ਘੱਟੋ ਘੱਟ 7 ਗੇੜੇ ਦੇਣੇ ਜ਼ਰੂਰੀ ਸਮਝੇ ਜਾਂਦੇ ਸੀ ਕਿ 7 ਗੇੜੇ ਜ਼ਰੂਰ ਦੇਣੇ ਆ। ਜਦੋਂ ਪਹਿਲੀ ਚੱਕੀ ਦਾ ਆਰੰਭ ਕਰਦੇ ਨੇ ਜਾਂ ਪਹਿਲੀ ਵਾਰ ਦੇ ਵਿੱਚ ਜਦੋਂ ਉਹਦੇ ਵਿੱਚ ਦਾਣਿਆਂ ਦੀ ਜਾਂ ਦਾਲ ਦੀ ਮਾਂਹ ਦੀ ਦਾਲ ਪਾਈ ਜਾਂਦੀ ਆ ਤਾਂ ਉਸ ਦਾਲ ਦੇ ਵਿੱਚ ਦੱਬ ਤੇ ਖੰਮਣੀ, ਜਿਹਨੂੰ ਦੁੱਬ ਕਹਿੰਦੇ ਨੇ, ਅੱਜ ਕੱਲ੍ਹ ਕਈ ਇਲਾਕਿਆਂ ਦੇ ਵਿੱਚ ਦੱਬ ਕਹਿੰਦੇ ਨੇ, ਕਈ ਇਲਾਕਿਆਂ ਦੇ ਵਿੱਚ ਦੁੱਬ ਕਹਿੰਦੇ ਨੇ। ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਸ਼ਾਇਦ ਪਤਾ ਵੀ ਨਾ ਹੋਵੇ ਕਿ ਦੁੱਬ ਕਿਹਨੂੰ ਕਹਿੰਦੇ ਨੇ। ਦੁੱਬ ਹਰਾ ਘਾਹ ਹੁੰਦਾ, ਹਰੇ ਘਾਹ ਦੀ ਇੱਕ ਗੱਟੀ ਜੀ ਲੈ ਕੇ ਉਹਨੂੰ ਆਲੇ ਦੁਆਲੇ ਖੰਮਣੀ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਤੇ ਉਹ ਚੱਕੀ ਦੇ ਵਿੱਚ ਰੱਖ ਦਿੱਤੀ ਜਾਂਦੀ ਸੀ ਤੇ ਉਹਨੂੰ ਇੱਕ ਚੰਗਾ ਸ਼ਗਨ ਸਮਝਿਆ ਜਾਂਦਾ ਸੀ, ਇੱਕ ਚੰਗੇ ਸ਼ਗਨ ਦੇ ਤੌਰ ਤੇ ਉਹਨੂੰ ਚੱਕੀ ਦੇ ਵਿੱਚ ਰੱਖ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਸੁਹਾਗਣਾ ਜਾਂ ਸ਼ਰੀਕੇ ਦੀਆਂ ਔਰਤਾਂ ਜਿਹੜੀਆਂ ਉਹ ਇੱਕ ਦਿਨ ਉਸ ਘਰ ਦੇ ਵਿੱਚ ਚੱਕੀਆਂ ਲਾਉਣ ਦੀ ਰਸਮ ਦਾ ਆਰੰਭ ਕਰਨ ਤੋਂ ਬਾਅਦ ਉਹ ਸਾਰੀਆਂ ਕੋਈ ਮਣ, ਕੋਈ ਸਵਾ ਮਣ, ਕੋਈ 30 ਸੇਰ 20 ਸੇਰ ਕਣਕ ਲੈ ਜਾਂਦੀਆਂ ਸੀ ਆਪੋ ਆਪਣੇ ਘਰਾਂ ਦੇ ਵਿੱਚ ਤੇ ਆਪੋ ਆਪਣੇ ਘਰਾਂ ਤੋਂ ਪੀ ਕੇ ਉਹ ਕਣਕ ਵਿਆਹ ਵਾਲੇ ਘਰ ਦਿੰਦੀਆਂ ਸੀਗੀਆਂ। ਅੱਜ ਕੱਲ ਘਰਾਟਾਂ ਤੋਂ ਜਾਂ ਅੱਜ ਕੱਲ ਆਟਾ ਪੀਸਣ ਵਾਲੀਆਂ ਮਸ਼ੀਨਾਂ ਨੇ ਉਹਨਾਂ ਤੋਂ ਪਸਵਾ ਲਿਆ ਜਾਂਦਾ, ਪਰ ਉਹਨਾਂ ਵੇਲਿਆਂ ਦੇ ਵਿੱਚ ਇਸ ਤਰ੍ਹਾਂ ਕਰਦੀਆਂ ਸੀ ਔਰਤਾਂ ਕਿ ਜਾਂ ਤਾਂ ਉਸੇ ਵਿਆਹ ਵਾਲੇ ਘਰ ਦੇ ਵਿੱਚ ਉਹਨਾਂ ਨੇ ਉਹ ਕਰ ਦੇਣਾ ਜਾਂ ਫਿਰ ਉਹਨਾਂ ਨੇ ਆਪੋ ਆਪਣੇ ਘਰੇ ਉਹ ਲੈ ਜਾਣਾ ਤੇ ਆਟਾ ਪੀ ਕੇ ਅਗਲੇ ਦੇ ਘਰੇ ਪੁੱਜਦਾ ਕਰ ਦੇਣਾ, ਹਨਾ। ਤੇ ਉਸ ਤੋਂ ਬਾਅਦ ਨਾਲ ਹੀ ਜਿਹੜੀਆਂ ਔਰਤਾਂ ਆਉਂਦੀਆਂ ਸੀ ਚੱਕੀ ਲਾਉਣ ਵਾਲੇ ਰਸਮ ਵਾਲੇ ਦਿਨ ਤਾਂ ਉਹਨਾਂ ਨੂੰ ਕੋਈ ਵੀ ਭਾਈਚਾਰੇ ਦੇ ਵਿੱਚੋਂ, ਸ਼ਰੀਕੇ ਦੇ ਵਿੱਚੋਂ ਜਿੰਨੇ ਵੀ ਲੋਕ ਆਉਂਦੇ ਸੀ ਤਾਂ ਸਾਰਿਆਂ ਨੂੰ ਮੱਕੀ ਦੀਆਂ, ਕਣਕ ਦੀਆਂ ਜਾਂ ਛੋਲਿਆਂ ਦੀਆਂ ਬੱਕਲੀਆਂ ਵੰਡੀਆਂ ਜਾਂਦੀਆਂ ਸੀ। ਜਦੋਂ ਘਰੇ ਆਇਆ ਬੰਦਾ, ਜਿਵੇਂ ਅੱਜ ਕੱਲ੍ਹ ਆਪਾਂ ਕੋਲਡ ਡਰਿੰਕ, ਚਾਹ, ਲੱਡੂ, ਬਰਫੀਆਂ ਬਹੁਤ ਕੁਝ ਖਵਾਉਂਦੇ ਆ, ਹਨਾ। ਪੁਰਾਣੇ ਵੇਲਿਆਂ ਦੇ ਵਿੱਚ ਬੱਕਲੀਆਂ ਵੰਡੀਆਂ ਜਾਂਦੀਆਂ ਸੀ ਤੇ ਉਸੇ ਨਾਲ ਹਰ ਕੋਈ ਖੁਸ਼ ਹੁੰਦਾ ਸੀ, ਹਰ ਕੋਈ ਸੰਤੁਸ਼ਟ ਹੁੰਦਾ ਸੀ। ਤੇ ਨਾਲ ਹੀ ਉਹ ਗੀਤ ਗਾਉਂਦੀਆਂ ਸੀ, ਕਿੱਥੋਂ ਲਿਆਂਦੀ ਚੱਕੀ ਨੀ ਕਿੱਥੋਂ ਲਿਆਂਦਾ ਹੱਥਾ, ਕਹਿੰਦੀ ਧੁਰ ਲਾਹੌਰੋਂ ਲਿਆਂਦੀ ਚੱਕੀ ਪਟਿਆਲਿਓਂ ਲਿਆਂਦਾ ਹੱਥਾ। ਪਟਿਆਲਾ ਤੇ ਲਾਹੌਰ ਸ਼ਹਿਰ ਆਪਣੀ ਸ਼ੌਹਰਤ ਦੇ ਲਈ, ਆਪਣੀ ਖਾਸੀਅਤ ਦੇ ਲਈ ਦੁਨੀਆ ਦੇ ਵਿੱਚ ਮਸ਼ਹੂਰ ਮੰਨੇ ਜਾਂਦੇ ਨੇ। ਇਸ ਕਰਕੇ ਗੀਤਾਂ ਦੇ ਵਿੱਚ ਇਹਨਾਂ ਸ਼ਹਿਰਾਂ ਦੀ ਸ਼ੌਹਰਤ ਦਾ ਫਾਇਦਾ ਉਠਾਉਂਦਿਆਂ ਹੋਇਆਂ ਗੀਤਾਂ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਆਉਂਦਾ। ਨਹੀਂ ਤਾਂ ਕੋਈ ਪਟਿਆਲੇ ਹੱਥਿਆਂ ਦਾ ਕੋਈ ਕਾਰਖਾਨਾ ਤਾਂ ਲੱਗਿਆ ਨਹੀਂ ਹੋਇਆ ਜਾਂ ਲਾਹੌਰ ਦੇ ਵਿੱਚ ਚੱਕੀਆਂ ਨਹੀਂ ਬਣਦੀਆਂ ਕੋਈ ਖਾਸ, ਪਰ ਇਹਨਾਂ ਸ਼ਹਿਰਾਂ ਦਾ ਜ਼ਿਕਰ ਆਉਣਾ। ਤੇ ਇੱਕ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ, ਉਹ ਪੂਰਬ ਤੇ ਪੱਛਮ ਦੇ ਮੇਲ ਦੀ ਗੱਲ, ਜਿਹੜੀਆਂ ਇੱਛਾਵਾਂ, ਜਿਹੜੀਆਂ ਸੱਧਰਾਂ ਮਨੁੱਖ ਦੇ ਅੰਦਰ, ਇਨਸਾਨ ਦੇ ਅੰਦਰ। ਤੇ ਇਸ ਮੌਕੇ ਦੇ ਉੱਤੇ ਗੀਤ ਵੀ ਗਾਏ ਜਾਂਦੇ ਸੀ ਤੇ ਇੱਕ ਖਾਸ ਗੀਤ ਬਹੁਤ ਹੀ ਠੰਮੇ ਦੇ ਨਾਲ ਗਾਇਆ ਜਾਂਦਾ ਸੀ। ਕਹਿੰਦੀ ਚਹੁ ਮੋਠੀ ਚਹੁ ਚਾਵਲੀ, ਰਲ ਮਿਲ ਕਾਜ ਰਚਾਇਆ ਇਸ ਵੱਡੇ ਪਰਿਵਾਰ ਨੇ, ਰਲ ਮਿਲ ਕਾਜ ਰਚਾਇਆ ਇਸ ਸੋਹਣੇ ਪਰਿਵਾਰ ਨੇ, ਰਲ ਮਿਲ ਕਾਜ ਰਚਾਇਆ। ਚਹੁ ਭਾਈ ਚਹੁ ਭੈਣੀ ਰਲ ਮਿਲ ਕਾਜ ਰਚਾਇਆ, ਮੀਂਹ ਵੀ ਆਇਆ ਵਾਹ ਵੀ ਆਈ ਕਣੀਆਂ ਕਿੱਧਰੋਂ ਆਈਆਂ। ਫਿਰ ਇੱਕ ਗਰੁੱਪ ਜਦੋਂ ਇਸ ਗੀਤ ਨੂੰ ਗਾਉਂਦਾ ਸੀ ਤਾਂ ਦੂਜਾ ਗਰੁੱਪ ਆ ਜਿਹੜਾ, ਉਹ ਬੀਬੀਆਂ ਦਾ ਦੂਜਾ ਗਰੁੱਪ, ਉਹ ਇਹਦਾ ਜਵਾਬ ਦਿੰਦਾ ਸੀ। ਉਹ ਕਹਿੰਦਾ ਮੀਂਹ ਵੀ ਆਇਆ ਕਣੀਆਂ ਵੀ ਆਈਆਂ, ਰੁੱਤ ਸੁਹਾਣੀ ਆਈ, ਰਲ ਮਿਲ ਕਾਜ ਰਚਾਇਆ ਇਸ ਸੋਹਣੇ ਪਰਿਵਾਰ ਨੇ, ਇਸ ਵੱਡੇ ਪਰਿਵਾਰ ਨੇ, ਰਲ ਮਿਲ ਕਾਜ ਸੁਹਾਇਆ। ਚਹੁ ਮੋਠੀ ਚਹੁ ਚਾਵਲੀ ਰਲ ਮਿਲ ਕਾਜ ਰਚਾਇਆ ਇਸ ਵੱਡੇ ਪਰਿਵਾਰ ਨੇ, ਰਲ ਮਿਲ ਕਾਜ ਸੁਹਾਇਆ। ਇਹ ਗੀਤਾਂ ਦਾ ਸਿਲਸਿਲਾ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ ਸੀ ਤੇ ਉਸ ਤੋਂ ਬਾਅਦ ਇੱਕ ਰਸਮ ਕੀਤੀ ਜਾਂਦੀ ਸੀਗੀ। ਉਸ ਰਸਮ ਨੂੰ ਕਹਿੰਦੇ ਸੀ ਕੋਠੀ ਰਸਮ, ਕਿਉਂਕਿ ਉਸ ਰਸਮ ਦੇ ਅੰਤਰਗਤ ਜਿਹੜੀਆਂ ਬੀਬੀਆਂ ਪਹਿਲਾਂ ਦਾਣੇ ਲੈ ਕੇ ਗਈਆਂ ਸੀ ਆਪੋ ਆਪਣੇ ਘਰਾਂ ਦੇ ਵਿੱਚ, ਜਿਨ੍ਹਾਂ ਨੇ ਉਹ ਪੀ ਕੇ ਦੇਣੇ ਸੀ, ਆਟਾ ਦੇਣਾ ਸੀ, ਤਾਂ ਉਹ ਬੀਬੀਆਂ 5 ਦਿਨ ਪਹਿਲਾਂ, ਵਿਆਹ ਤੋਂ 5 ਦਿਨ ਪਹਿਲਾਂ ਹਰ ਚੀਜ਼ ਵਿਆਹ ਵਾਲੇ ਘਰ ਦੇ ਵਿੱਚ ਪਹੁੰਚਾਉਣਾ ਉਹਨਾਂ ਦਾ ਫਰਜ਼ ਹੁੰਦਾ ਸੀਗਾ ਕਿ ਜਿਹੜਾ ਉਹਨਾਂ ਨੇ ਆਟਾ ਪੀਤਾ ਉਹ ਵਿਆਹ ਵਾਲੇ ਘਰ 5 ਦਿਨ ਪਹਿਲਾਂ ਪਹੁੰਚਾ ਦਿੰਦੀਆਂ ਸੀ। ਉਹਨੂੰ ਕੋਠੀ ਰਸਮ ਕਹਿੰਦੇ ਸੀ। ਅੱਜ ਕੱਲ ਤਾਂ ਇਹ ਰਸਮ ਨਹੀਂ ਕੀਤੀ ਜਾਂਦੀ, ਪਰ ਇਸ ਤੋਂ ਪਹਿਲਾਂ ਵਾਲੇ ਵੇਲਿਆਂ ਦੇ ਵਿੱਚ ਜਦੋਂ ਘਰਾਟ ਆ ਗਏ, ਆਟੇ ਦੀਆਂ ਮਸ਼ੀਨਾਂ ਆ ਗਈਆਂ, ਉਹਨਾਂ ਵੇਲਿਆਂ ਦੇ ਵਿੱਚ ਚੱਕੀਆਂ ਨਹੀਂ ਸੀ ਲਾਈਆਂ ਹੁੰਦੀਆਂ, ਤਾਂ ਉਹਨਾਂ ਵੇਲਿਆਂ ਦੇ ਵਿੱਚ ਜਿਸ ਦਿਨ ਕੋਠੀ ਰਸਮ ਕਰਨੀ ਹੁੰਦੀ ਸੀ ਉਸ ਦਿਨ ਔਰਤਾਂ ਆਪਣੇ ਘਰਾਂ ਦੇ ਵਿੱਚੋਂ 5 ਸੇਰ 10 ਸੇਰ ਆਟਾ ਲੈ ਆਉਂਦੀਆਂ ਸੀਗੀਆਂ ਪਰਾਤ ਦੇ ਵਿੱਚ, ਥਾਲੀ ਦੇ ਵਿੱਚ ਪਾ ਕੇ, ਕਿਉਂਕਿ ਪਹਿਲਾਂ ਜਿਹੜਾ ਜ਼ਮਾਨਾ ਸੀਗਾ ਉਦੋਂ ਉਹ ਕਣਕ ਲੈ ਕੇ ਜਾਂਦੀਆਂ ਸੀ ਤੇ ਆਟਾ ਪੀ ਕੇ ਉਹਨਾਂ ਨੂੰ ਵਾਪਸ ਕਰ ਜਾਂਦੀਆਂ ਸੀ। ਫਿਰ ਹੌਲੀ ਹੌਲੀ ਕਣਕ ਤਾਂ ਲਿਜਾਂਦੀਆਂ ਨਹੀਂ ਸੀ, ਇਸ ਕਰਕੇ ਜਿਹੜਾ ਆਟਾ ਆਪਣੇ ਘਰੋਂ ਲੈ ਕੇ ਆਉਣਾ ਉਹੀ ਉਹਨਾਂ ਨੂੰ ਦੇ ਦੇਣਾ ਤੇ ਇਹਦਾ ਸਹਿਯੋਗ ਵਿਆਹ ਵਾਲੇ ਪਰਿਵਾਰ ਦੇ ਵਿੱਚ ਹੋ ਜਾਂਦਾ ਸੀ। ਤੇ ਇਹ ਇੱਕ ਸਾਂਝ ਭਿਆਲੀ ਸੀ, ਇੱਕ ਸੋਹਣਾ ਸਮਾਂ ਸੀ, ਇੱਕ ਸਾਦਗੀ ਤੇ ਸਧਾਰਨ ਜੀਵਨ ਵਾਲਾ ਉਹ ਸਮਾਂ
ਜਿਹਦੇ ਵਿੱਚ ਨਾ ਲੋੜਾਂ ਜ਼ਿਆਦਾ ਸੀ ਨਾ ਖਰਚੇ ਜ਼ਿਆਦਾ ਸੀ। ਤੇ ਜੇ ਖਰਚਾ ਹੁੰਦਾ ਵੀ ਸੀ ਤਾਂ ਸਾਰਾ ਆਂਢ ਗੁਆਂਢ ਭਾਈਚਾਰਾ ਸ਼ਰੀਕਾ ਰਲ ਮਿਲ ਕੇ ਉਹ ਰਸਮਾਂ ਕਰਦਾ ਸੀ ਤੇ ਉਹ ਵਿਆਹ ਦੇ ਵਿੱਚ ਉਸ ਕਾਜ ਦੇ ਵਿੱਚ ਆਪਣੇ ਭਾਈਚਾਰੇ ਦੇ ਨਾਲ ਖੜਦਾ ਸੀਗਾ। ਤੇ ਕੋਠੀ ਰਸਮ ਤੋਂ ਬਾਅਦ ਜਿਹੜਾ ਗੱਲ ਕਰੀਏ ਅਸੀਂ ਵੀ ਕੋਠੀ ਰਸਮ ਤਾਂ ਅੱਜ ਕੱਲ੍ਹ ਬਹੁਤ ਅਲੋਪ ਹੀ ਹੋ ਗਈ ਆ। ਅੱਜ ਕੱਲ੍ਹ ਕਿਸੇ ਪਰਿਵਾਰ ਦੇ ਵਿੱਚ ਇਹ ਰਸਮ ਦੇਖੀ ਨਹੀਂ ਜਾਂਦੀ। ਪਰ ਚੱਕੀਆਂ ਲਾਉਣ ਦੀ ਰਸਮ ਵੀ ਹੁਣ ਤਾਂ ਹੈ ਨਹੀਂ, ਕਿਉਂਕਿ ਆਟੇ ਦੀਆਂ ਮਸ਼ੀਨਾਂ, ਆਟਾ ਪੀਹਣ ਵਾਲੀਆਂ ਮਸ਼ੀਨਾਂ ਆ ਗਈਆਂ ਤੇ ਇੱਕੋ ਦਿਨ ਸਾਰੀ ਕਣਕ ਸੁੱਟ ਕੇ ਤੇ ਬੰਦਾ ਉਹ ਲੈ ਆਉਂਦਾ ਇਕੱਠਾ ਹੀ, ਹੈ ਨਾ, ਆਟਾ। ਪਰ ਕੁਝ ਸਨਾਤਨੀ ਪਰਿਵਾਰ, ਅੱਜ ਕੱਲ੍ਹ ਵੈਸੇ ਤਾਂ ਚੱਕੀਆਂ ਲਾਉਣ ਦੀ ਰੀਤ ਤਾਂ ਖਤਮ ਹੀ ਹੋ ਗਈ ਆ, ਪਰ ਕੁਝ ਜਿਹੜੇ ਪੁਰਾਣੇ ਪਰਿਵਾਰ ਨੇ ਜਾਂ ਜਿਨ੍ਹਾਂ ਦੇ ਵਿੱਚ ਬਜ਼ੁਰਗ ਚਾਹੁੰਦੇ ਨੇ ਕਿ ਇਹ ਰਸਮ ਕੀਤੀ ਜਾਵੇ, ਕਿਉਂਕਿ ਹੁਣ ਉਹ ਕੰਮ ਤਾਂ ਰਿਹਾ ਨਹੀਂ, ਨਾ ਹੀ ਉਹ ਕੰਮ ਆ ਤੇ ਨਾ ਹੀ ਕਿਸੇ ਕੋਲੇ ਇੰਨਾ ਵਕਤ ਆ ਵੀ ਉਹ ਆਪਣਾ ਵਕਤ ਕਿਸੇ ਦੇ ਘਰੇ ਜਾ ਕੇ ਰੋਟੀਆਂ ਬਣਵਾ ਸਕੇ ਜਾਂ ਆਟਾ ਪੀਹ ਸਕੇ, ਹਨਾ। ਆਟਾ ਤਾਂ ਚਲੋ ਹੁਣ ਮਸ਼ੀਨਾਂ ਦੇ ਰਾਹੀਂ ਬਹੁਤ ਸਾਰੀਆਂ ਸਹੂਲਤਾਂ ਸਾਡੇ ਆ ਗਈਆਂ ਨੇ, ਪਰ ਅੱਜ ਕੱਲ੍ਹ ਵੀ ਕੁਝ ਪਰਿਵਾਰਾਂ ਦੇ ਵਿੱਚ ਜਦੋਂ ਚੱਕੀਆਂ ਲਾਉਣ ਦੀ ਰਸਮ ਕੀਤੀ ਜਾਂਦੀ ਹੈ ਤਾਂ ਪੁਰਾਣੀ ਕੋਈ ਚੱਕੀ ਲਿਆ ਕੇ ਉਹਦੇ ਵਿੱਚ ਹਲਦੀ ਪਾ ਦਿੱਤੀ ਜਾਂਦੀ ਸੀ। ਹਲਦੀ ਪਾ ਕੇ ਉਹਦਾ ਵੱਟਣਾ ਪੀਹ ਲਿਆ ਜਾਂਦਾ ਸੀ, ਵੱਟਣਾ ਬਣਾ ਲਿਆ ਜਾਂਦਾ ਸੀ ਤੇ ਇਸ ਤਰ੍ਹਾਂ ਦੇ ਨਾਲ ਚੱਕੀਆਂ ਲਾਉਣ ਦੀ ਰਸਮ ਵੀ ਕਰ ਲਈ ਜਾਂਦੀ ਸੀ। ਤੇ ਇਹ ਸਾਰਾ ਕੰਮ ਜਿਹੜਾ ਪਾਂਧਾ ਉਹ ਮੰਤਰਾਂ ਦੇ ਉਚਾਰਨ ਦੇ ਵਿੱਚ ਕਰਾਉਂਦਾ ਹੁੰਦਾ ਸੀ ਤੇ ਇਸ ਤਰ੍ਹਾਂ ਦੇ ਨਾਲ ਵਿਆਹ ਦਾ ਉਦਘਾਟਨ ਪਾਂਧੇ ਦੇ ਦੁਆਰਾ ਹੋ ਗਿਆ ਸਮਝ ਲਿਆ ਜਾਂਦਾ ਸੀ। ਅੱਜ ਕੱਲ ਰਸਮਾਂ ਹੈਗੀਆਂ ਨੇ, ਬਹੁਤ ਸਾਰੀਆਂ ਰਸਮਾਂ ਨੂੰ ਅਸੀਂ ਵਹਿਮ ਭਰਮ ਸਮਝ ਕੇ ਖਤਮ ਕਰ ਦਿੱਤਾ ਜਾਂ ਛੱਡ ਦਿੱਤਾ, ਜਾਂ ਬਹੁਤ ਅੱਜ ਕੱਲ ਦੇ ਸਮਿਆਂ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਕਿ ਕਿਹੜੀ ਰਸਮ ਅਸੀਂ ਕਰਨੀ ਆ, ਕਿਹੜੀ ਨਹੀਂ ਕਰਨੀ ਜਾਂ ਕਿਵੇਂ ਕਰਨੀ ਆ, ਹਨਾ। ਤਾਂ ਉਹ ਰਸਮਾਂ ਤਾਂ ਰਸਮਾਂ ਹੁੰਦੀਆਂ ਹੀ ਸੀਗੀਆਂ, ਪਰ ਨਾਲ ਉਹਨਾਂ ਦੇ ਨਾਲ ਹੀ ਇੱਕ ਚਾਅ, ਇੱਕ ਸਾਂਝ, ਇੱਕ ਭਾਈਚਾਰਕ ਸਾਂਝ, ਆਪਸ ਦੇ ਵਿੱਚ ਆਪਣੱਤ ਦੀ ਭਾਵਨਾ ਜਿਹੜੀ ਉਹ ਕਾਇਮ ਰਹਿੰਦੀ ਸੀ, ਜਿਉਂਦੀ ਰਹਿੰਦੀ ਸੀ। ਕਿਸੇ ਵੀ ਵਿਆਹ ਤੇ ਜੇ ਕੋਈ ਪਹਿਲਾਂ ਰੁੱਸਿਆ ਹੋਇਆ ਤਾਂ ਉਹਨੂੰ ਕਿਸੇ ਕਾਜ ਦੇ ਉੱਤੇ ਮਨਾ ਲਿਆ ਜਾਂਦਾ ਸੀ। ਦੋ ਪਰਿਵਾਰ ਨੇ, ਦੋਵਾਂ ਪਰਿਵਾਰਾਂ ਦੇ ਵਿੱਚ ਕੋਈ ਅਣਬਣ ਹੋਈ ਆ, ਪਰ ਜਦੋਂ ਵਿਆਹ ਹੈ ਤਾਂ ਸਾਰਾ ਸ਼ਰੀਕਾ ਦੋਵੇਂ ਪਰਿਵਾਰਾਂ ਨੂੰ ਸਮਝਾਉਂਦਾ ਸੀ ਵੀ ਭਾਈ ਹੁਣ ਖੁਸ਼ੀ ਦਾ ਕਾਰਜ ਆ, ਖੁਸ਼ੀ ਦਾ ਸਮਾਂ ਆਇਆ ਤਾਂ ਤੁਸੀਂ ਰਲ ਮਿਲ ਕੇ ਇਹ ਕਾਰਜ ਕਰਨਾ। ਤਾਂ ਉਸ ਵੇਲੇ ਉਹਨਾਂ ਦੀ ਆਪਸੀ ਮਨੌਤ, ਮਨ ਮਨਾਲ ਜਿਹੜਾ ਕੰਮ ਆ ਉਹ ਹੋ ਜਾਂਦਾ ਸੀ। ਚੱਕੀਆਂ ਲਾਉਣ ਦੀ ਰਸਮ ਤੋਂ ਬਾਅਦ ਸਰੋਂ ਦੇ ਤੇਲ ਦੇ ਕੜਾਹੀ ਚੜਾਏ ਜਾਂਦੇ ਸੀ, ਉਸ ਤੋਂ ਇਲਾਵਾ ਪਕੌੜੇ ਤਲੇ ਜਾਂਦੇ ਸੀ, ਸ਼ੀਰਨੀ ਵੰਡੀ ਜਾਂਦੀ ਸੀ, ਬਣਾਈ ਜਾਂਦੀ ਸੀ ਤੇ ਮਠਿਆਈਆਂ ਬਣਾਈਆਂ ਜਾਂਦੀਆਂ ਸੀਗੀਆਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਸੀ। ਉਸ ਬਾਰੇ ਅਸੀਂ ਅੱਜ ਨਹੀਂ ਦੱਸਾਂਗੇ, ਉਸ ਬਾਰੇ ਦੱਸਾਂਗੇ ਅਗਲੇ ਐਪੀਸੋਡਸ ਦੇ ਵਿੱਚ। ਫਿਲਹਾਲ ਸਾਨੂੰ ਦਿਓ ਇਜਾਜ਼ਤ, ਜੁੜੇ ਰਹੋ ਹਰਜਸ ਟੀਵੀ ਦੇ ਨਾਲ। ਰੱਬ ਰਾਖਾ।